सत श्री अकाल दोस्तों, स्वागत है ਤੁਹਾਡੇ ਆਪਣੇ YouTube ਚੈਨਲ ਅੰਬੇਦਕਰ ਪੁਆਇੰਟ ਦੇ ਵਿੱਚ। ਦੋਸਤੋ, ਅੱਜ ਦੀ ਜੋ ਆਪਣੀ ਵੀਡੀਓ ਰਹੇਗੀ ਉਸ ਦੇ ਵਿੱਚ ਆਪਾਂ ਅਲੱਗ-ਅਲੱਗ ਪੁਸਤਕਾਂ ਅਤੇ ਉਹਨਾਂ ਦੇ ਲੇਖਕਾਂ ਦੇ ਬਾਰੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਹੜੀ ਪੁਸਤਕ ਕਿਸ ਰਾਈਟਰ ਨੇ ਲਿਖੀ ਹੈ। ਠੀਕ ਹੈ, ਤਾਂ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਦੇਖਦੇ ਹੋਏ ਜਿਹੜੀਆਂ ਮਹੱਤਵਪੂਰਨ ਪੁਸਤਕਾਂ ਹੋਣਗੀਆਂ ਕੇਵਲ ਉਹਨਾਂ ਬਾਰੇ ਹੀ ਚਰਚਾ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਸਭ ਨਾਲੋਂ ਪਹਿਲਾਂ ਆਪਣੇ ਕੋਲ ਹੈ ਚਾਣक्य ਲੇਖਕ ਹੈ ਜਿਸ ਨੇ ਕਿ ਅਰਥ ਸ਼ਾਸਤਰ ਲਿਖੀ ਹੈ। ਅਰਥ ਸ਼ਾਸਤਰ ਤੋਂ ਸਾਨੂੰ ਮੌर्य ਕਾਲ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਠੀਕ ਹੈ, ਅਰਥ ਸ਼ਾਸਤਰ ਜੋ ਲਿਖੀ ਗਈ ਹੈ ਇਹ ਚੰਦਰਗੁਪਤ ਮੌर्य ਦੇ ਸਮੇਂ ਦੇ ਵਿੱਚ ਲਿਖੀ ਗਈ ਹੈ। ਨੈਕਸਟ ਬੁੱਕ ਆ ਜਾਂਦੀ ਹੈ ਆਪਣੇ ਕੋਲ ਇੰਡੀਕਾ, ਜਿਸ ਦਾ ਰਾਈਟਰ ਹੈ ਮੈਗਸਥਨੀਜ਼। ਠੀਕ ਹੈ, ਨੈਕਸਟ ਕਿਹੜੀ ਆ ਜਾਂਦੀ ਹੈ ਇੰਡੀਕਾ, ਜਿਸ ਦਾ ਰਾਈਟਰ ਕੌਣ ਹੈ ਮੈਗਸਥਨੀਜ਼। ਇਹ ਪੁਸਤਕ ਵੀ ਜੋ ਹੈ ਚੰਦਰਗੁਪਤ ਮੌर्य ਦੇ ਸਮੇਂ ਦੇ ਵਿੱਚ ਲਿਖੀ ਗਈ ਹੈ। ਅੱਗੇ ਆ ਗਿਆ ਕਾਲੀਦਾਸ, ਲੇਖਕ ਹੈ ਕਾਲੀਦਾਸ। ਇਸ ਨੂੰ ਭਾਰਤ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ। ਠੀਕ ਹੈ, ਭਾਰਤ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ ਕਾਲੀਦਾਸ ਨੂੰ। ਕਾਲੀਦਾਸ ਨੇ ਮੇਘਦੂਤ, ਕੁਮਾਰ ਸੰਭਵ, ਅਭਿਗਿਆਨ ਸ਼ਕੁੰਤਲਮ, ਮਾਲਵਿਕਾ ਅਗਨੀਮਿੱਤਰਮ, ਵਿਕਰਮ ਉਰਵਸ਼ੀ ਅਤੇ ਰਘੁਵੰਸ਼ਮ ਨਾਮ ਦੀਆਂ ਗ੍ਰੰਥਾਂ ਦੀ ਰਚਨਾ ਕੀਤੀ। ਇਸ ਦੇ ਵਿੱਚ ਜਿਹੜਾ ਮਾਲਵਿਕਾ ਅਗਨੀਮਿੱਤਰਮ ਹੈ ਇਹ ਸ਼ੁੰਗ ਕਾਲ ਦੇ ਵਿੱਚ, ਠੀਕ ਹੈ, ਪੁਸ਼ਯਮਿੱਤਰ ਸ਼ੁੰਗ ਦਾ ਪੋਤਾ ਹੋਇਆ ਸੀ ਜਿਸ ਦਾ ਨਾਮ ਸੀ ਅਗਨੀਮਿੱਤਰਮ। ਉਸ ਨੂੰ ਇਸ ਦੇ ਵਿੱਚ ਨਾਇਕ ਦੇ ਤੌਰ ਦੇ ਉੱਤੇ ਲਿਆ ਗਿਆ ਹੈ। ਨੈਕਸਟ ਆ ਜਾਂਦੀ ਹੈ ਆਪਣੇ ਕੋਲ ਵਸੂਮਿੱਤਰ। ਨੈਕਸਟ ਲੇਖਕ ਹੈ ਆਪਣੇ ਕੋਲ ਵਸੂਮਿੱਤਰ। ਇਸ ਨੇ ਮਹਾਵਿਭਾਸ਼ ਲਿਖਿਆ ਸੀ ਕੁਸ਼ਾਣ ਸ਼ਾਸਨ ਦੇ ਟਾਈਮ ਦੇ ਵਿੱਚ। ਮਹਾਵਿਭਾਸ਼ ਲਿਖਿਆ ਸੀ ਵਸੂਮਿੱਤਰ ਨੇ। ਅੱਗੇ ਆ ਗਿਆ ਅਸ਼ਵਕੋਸ਼, ਇਸ ਨੇ ਲਿਖਿਆ ਬੁੱਧ ਚਰਿੱਤਰ। ਇਸ ਨੂੰ ਬੁੱਧਾਂ ਦੀ ਰਾਮਾਇਣ ਵੀ ਕਿਹਾ ਜਾਂਦਾ ਹੈ। ਬੌਧ ਧਰਮ ਨਾਲ ਸੰਬੰਧਿਤ ਵਿਅਕਤੀ ਨੇ ਜਿਹੜੇ ਉਹ ਇਸ ਨੂੰ ਬੌਧਾਂ ਦੀ ਰਾਮਾਇਣ ਮੰਨਦੇ ਨੇ। ਇਹ ਵੀ ਕੁਸ਼ਾਣ ਵੰਸ਼ ਦੇ ਸਮੇਂ ਦਾ ਇੱਕ ਲੇਖਕ ਹੈ। ਉਸ ਤੋਂ ਬਾਅਦ ਹੈ ਨਾਗਾਰਜੁਨ। ਇਸ ਨੇ ਮਾਧਿਮਿਕ ਸੂਤਰ, ਠੀਕ ਹੈ, ਮਾਧਿਮਿਕ ਸੂਤਰ ਦੀ ਰਚਨਾ ਕੀਤੀ। ਵਾਤਸਿਆਇਨ, ਇਸ ਨੇ ਕਾਮ ਸੂਤਰ ਦੀ ਰਚਨਾ ਕੀਤੀ। ਭਰਤ ਮੁਨੀ ਨੇ ਨਾਟਯ ਸ਼ਾਸਤਰ ਦੀ ਰਚਨਾ ਕੀਤੀ। ਚਰਕ ਨੇ ਚਰਕ ਸੰਹਿਤਾ ਨਾਮ ਦੇ ਗ੍ਰੰਥ ਦੀ ਰਚਨਾ ਕੀਤੀ ਜਿਸ ਦੇ ਵਿੱਚ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤਾਂ ਹੁਣ ਇਹ ਵਸੂਮਿੱਤਰ, ਅਸ਼ਵਕੋਸ਼, ਨਾਗਾਰਜੁਨ, ਵਾਤਸਿਆਇਨ, ਭਰਤ ਮੁਨੀ ਅਤੇ ਚਰਕ ਇਹ ਸਾਰੇ ਕੁਸ਼ਾਣ ਸਮਰਾਜ ਦੇ ਟਾਈਮ ਦੇ ਦੌਰਾਨ ਹੋਏ ਸਨ। ਅਗਲਾ ਦੇਖੋ ਆਪਣੇ ਕੋਲ ਆ ਗਿਆ ਤਿਰੂਵਲੂਵਰ। ਠੀਕ ਹੈ ਜੀ, ਇਸ ਨੇ ਕੁਰਾਲ ਨਾਮਕ ਗ੍ਰੰਥ ਦੀ ਰਚਨਾ ਕੀਤੀ ਸੀ ਜੋ ਕਿ ਸੰਗਮ ਟਾਈਮ ਦਾ ਇੱਕ ਗ੍ਰੰਥ ਸੀ, ਕੁਰਾਲ। ਅੱਗੇ ਦੇਖੋ, ਅੱਗੇ ਆ ਗਿਆ ਇਲਾਂਗੋ ਨਾਮ ਦਾ ਇੱਕ ਲੇਖਕ ਹੋਇਆ ਜਿਸ ਨੇ ਸ਼ਿਲਪਾਦਿਕਰਮ ਨਾਮਕ ਗ੍ਰੰਥ ਦੀ ਜਾਂ ਨਾਟਕ ਦੀ ਰਚਨਾ ਕਰੀ ਸੀ। ਅੱਗੇ ਹੈ ਸ਼ੀਤਲੇ ਸਤਨਾਰ, ਇਸ ਨੇ ਮਣੀਮੇਕਲੇ ਲਿਖੀ। ਉਸ ਤੋਂ ਬਾਅਦ ਹੈ ਆਪਣੇ ਕੋਲ ਤਿਰੂਤਕ ਦੇਵਰ ਜਿਸ ਨੇ ਜੀਵਕ ਚਿੰਤਾਮਣੀ ਨਾਮਕ ਪੁਸਤਕ ਦੀ ਰਚਨਾ ਕੀਤੀ। ਨੈਕਸਟ ਆ ਗਿਆ ਆਪਣੇ ਕੋਲ ਤੋਲਕਾਪੀਅਰ ਜੋ ਸੀ ਇਸ ਨੇ ਤੋਲਕਾਪੀਅਰਮ ਨਾਮਕ ਗ੍ਰੰਥ ਦੀ ਰਚਨਾ ਕੀਤੀ ਸੀ। ਨੈਕਸਟ ਹੈ ਆਪਣੇ ਕੋਲ ਹੈਰੋਡੋਟਸ। ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਹੈਰੋਡੋਟਸ ਨੇ ਹਿਸਟੋਰੀਕਾ ਨਾਮ ਦੀ ਪੁਸਤਕ ਲਿਖੀ ਜਿਸ ਨੂੰ ਕਿ ਇਤਿਹਾਸ ਦਾ ਪਿਤਾਮਾ ਮੰਨਿਆ ਜਾਂਦਾ ਹੈ। ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਮੰਨਿਆ ਜਾਂਦਾ ਹੈ। ਟੋਲਮੀ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਰਾਈਟਰ ਟੋਲਮੀ ਜਿਸ ਨੇ ਭਾਰਤ ਦਾ ਭੂਗੋਲ ਨਾਮਕ ਪੁਸਤਕ ਲਿਖੀ ਸੀ। ਇਹ 2ਵੀਂ ਸ਼ਤਾਬਦੀ ਦੇ ਵਿੱਚ ਲਿਖੀ ਗਈ ਪੁਸਤਕ ਸੀ ਜਿਸ ਦੇ ਵਿੱਚ ਭਾਰਤ ਦੇ ਹਾਲਾਤਾਂ ਦੇ ਬਾਰੇ ਵਿੱਚ, ਵਾਤਾਵਰਨ, ਭੂਗੋਲ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਿਲਨੀ, ਨੈਕਸਟ ਰਾਈਟਰ ਹੈ ਆਪਣੇ ਕੋਲ ਪਿਲਨੀ ਨੇ ਨੈਚੁਰਲ ਹਿਸਟਰੀ ਲਿਖੀ ਸੀ। ਠੀਕ ਹੈ, ਨੈਚੁਰਲ ਹਿਸਟਰੀ ਨਾਮਕ ਪੁਸਤਕ ਦੀ ਰਚਨਾ ਕੀਤੀ ਸੀ ਪਿਲਨੀ ਨੇ। ਇੱਕ ਹੋਰ ਪੁਸਤਕ ਹੈ ਆਪਣੇ ਕੋਲ ਜਿਸ ਦਾ ਨਾਮ ਹੈ ਪੈਰੀਪਲਸ ਆਫ ਦਾ ਇਥੇਰੀਅਨ ਸੀ। ਠੀਕ ਹੈ, ਪੈਰੀਪਲਸ ਆਫ ਦਾ ਇਥੇਰੀਅਨ ਸੀ। ਇੱਥੇ ਜਿਹੜਾ ਇਥੇਰੀਅਨ ਸੀ ਹੈ ਇਸ ਦਾ ਮਤਲਬ ਹੁੰਦਾ ਲਾਲ ਸਾਗਰ। ਠੀਕ ਹੈ, ਪੈਰੀਪਲਸ ਦਾ ਮਤਲਬ ਹੁੰਦਾ ਕਿਸ਼ਤੀਆਂ ਦੇ ਲਈ ਨਕਸ਼ਾ। ਠੀਕ ਹੈ, ਮਤਲਬ ਕਿ ਸਮੁੰਦਰੀ ਰਾਸਤੇ ਦਾ ਇਹਦੇ ਵਿੱਚ ਜ਼ਿਕਰ ਹੈ ਸਮੁੰਦਰਾਂ ਦੇ ਬਾਰੇ ਵਿੱਚ।
ਤੇ ਇਸਦਾ ਜਿਹੜਾ ਰਾਈਟਰ ਹੈ ਉਸ ਦੇ ਬਾਰੇ ਵਿੱਚ ਕੋਈ ਇੰਨੀ ਜਾਣਕਾਰੀ ਨਹੀਂ ਮਿਲਦੀ, ਅਗਿਆਤ ਰਾਈਟਰ ਹੀ ਹੈ ਇਸਦਾ। ਨੈਕਸਟ ਆ ਜਾਂਦਾ ਆਪਣੇ ਕੋਲੇ ਵਿਸ਼ਾਖਾ ਦੱਤ, ਠੀਕ ਹੈ, ਜਿਸ ਨੂੰ ਵਿਸ਼ਾਖ ਦੱਤ ਕਿਹਾ ਜਾਂਦਾ ਹੈ, ਠੀਕ ਹੈ। ਕਿਤੇ ਕਿਤੇ ਵਿਸ਼ਾਖਾ ਦੱਤ ਵੀ ਲਿਖਿਆ ਹੋਏਗਾ, ਕਿਤੇ ਕਿਤੇ ਵਿਸ਼ਾਖ ਦੱਤ ਲਿਖਿਆ ਹੋਏਗਾ। ਇਹ ਮੌर्य ਕਾਲ ਦਾ ਇੱਕ ਰਾਈਟਰ ਹੋਇਆ ਜਿਸ ਨੇ ਮੁਦਰਾ ਰਾਖਸ਼ ਨਾਮ ਦੀ ਇੱਕ ਪੁਸਤਕ ਲਿਖੀ, ਜਿਹੜੀ ਕਿ ਚੰਦਰਗੁਪਤ ਮੌर्य ਦੇ ਬਾਰੇ ਵਿੱਚ ਜਾਣਕਾਰੀ ਦਿੰਦੀ ਹੈ, ਜਿਸ ਦੇ ਵਿੱਚ ਚੰਦਰਗੁਪਤ ਮੌर्य ਨੂੰ ਕੁਲੀਨ ਵੰਸ਼ ਦਾ ਨਾਮ ਮੰਨਦੇ ਹੋਏ, ਠੀਕ ਹੈ, ਇੱਕ ਨੀਚ ਵੰਸ਼ ਦਾ ਮੰਨਿਆ ਗਿਆ ਹੈ। ਉਸ ਤੋਂ ਬਾਅਦ ਆ ਗਿਆ ਇੱਕ ਹੋਰ ਪੁਸਤਕ ਹੈ ਇਸੇ ਦੀ, ਜਿਸ ਦਾ ਨਾਮ ਹੈ ਦੇਵੀ ਚੰਦਰਗੁਪਤਮ, ਠੀਕ ਹੈ। ਤਾਂ ਹੁਣ ਇੱਕ ਗੱਲ ਦੇਖੋ, ਚਾਣਕਿਆ, ਮੈਗਸਥਨੀਜ਼ ਔਰ ਵਿਸ਼ਾਖ ਦੱਤ, ਇਹ ਤਿੰਨੋਂ ਜਿਹੜੇ ਸੀਗੇ ਇਹ ਮੌर्य ਵੰਸ਼ ਦੇ ਰਾਈਟਰ ਹੋਏ। ਅੱਗੇ ਦੇਖੋ ਪਤੰਜਲੀ, ਪਤੰਜਲੀ ਜਿਹੜਾ ਸੀ ਇਹ ਸ਼ੁੰਗ ਵੰਸ਼ ਦੇ ਦੌਰਾਨ ਹੋਇਆ। ਇਸ ਨੇ ਮਹਾਭਾਸ਼ਯ ਨਾਮਕ ਪੁਸਤਕ ਲਿਖੀ ਸੀ, ਠੀਕ ਹੈ। ਮਹਾਭਾਸ਼ਯ ਨਾਮਕ ਪੁਸਤਕ ਜਿਹੜੀ ਲਿਖੀ ਸੀ ਇਹ ਲਿਖੀ ਸੀਗੀ ਪਤੰਜਲੀ ਨੇ, ਠੀਕ ਹੈ ਜੀ। ਅੱਗੇ ਦੇਖੋ ਪੰਚਤੰਤਰ, ਪੰਚਤੰਤਰ ਨਾਮਕ ਬੁੱਕ ਹੋਈ ਜਿਸ ਨੂੰ ਕਿ ਵਿਸ਼ਨੂਗੁਪਤ ਨੇ ਲਿਖਿਆ। ਪੰਚਤੰਤਰ ਦੁਨੀਆ ਦੇ ਵਿੱਚ ਇੱਕ ਐਸੀ ਬੁੱਕ ਹੋਈ ਜਿਸ ਦਾ ਕਹਿੰਦੇ ਸਭ ਨਾਲੋਂ ਵੱਧ ਅਨੁਵਾਦ ਕੀਤਾ ਗਿਆ ਗਾ। ਇਸ ਬੁੱਕ ਦਾ ਸਭ ਨਾਲੋਂ ਵੱਧ ਅਨੁਵਾਦ ਕੀਤਾ ਗਿਆ ਗਾ। ਇਸ ਦੇ ਵਿੱਚ, ਠੀਕ ਹੈ, ਰਾਜਤੰਤਰ ਨਾਲ ਸੰਬੰਧਿਤ ਕਹਾਣੀਆਂ ਦਾ ਜ਼ਿਕਰ ਮਿਲਦਾ ਹੈ, ਠੀਕ ਹੈ ਜੀ। ਹੁਣ ਦੇਖੋ ਪੰਚਤੰਤਰ ਦਾ ਜਿਹੜਾ ਅਨੁਵਾਦ ਕੀਤਾ ਅਬਦੁਲ ਫਜ਼ਲ ਨੇ ਅਨਵਾਰ-ਏ ਸਾਦਾਤ ਨਾਮ ਨਾਲ, ਠੀਕ ਹੈ, ਔਰ ਮੌਲਾਨਾ ਹੁਸੈਨ ਫੈਜ਼ ਨੇ ਕੀਤਾ ਇਸ ਦਾ ਅਨੁਵਾਦ ਯਾਰ-ਏ-ਦਾਨਿਸ਼ ਨਾਮ ਨਾਲ, ਠੀਕ ਹੈ ਜੀ। ਅੱਗੇ ਆ ਗਿਆ ਆਪਣੇ ਕੋਲ ਸੂਰਦਾਸ, ਸੂਰਦਾਸ ਨੇ ਲਿਖੀ ਸੀ ਨਲ ਦਮਯੰਤੀ। ਨਲ ਦਮਯੰਤੀ ਨਾਮਕ ਜਿਹੜਾ ਨਾਟਕ ਸੀ ਇਹ ਸੂਰਦਾਸ ਨੇ ਲਿਖਿਆ ਸੀ, ਜਿਸ ਦਾ ਜਿਹੜਾ ਅਨੁਵਾਦ ਕੀਤਾ ਸੀ ਬਾਅਦ ਦੇ ਵਿੱਚ ਉਹ ਕੀਤਾ ਸੀ ਫੈਜ਼ੀ ਨੇ। ਫੈਜ਼ੀ ਨੇ ਇਸ ਦਾ ਅਨੁਵਾਦ ਕੀਤਾ ਸੀ ਸਹੇਲੀ ਨਾਮ ਦੇ ਨਾਲ, ਠੀਕ ਹੈ। ਹੁਣ ਦੇਖੋ ਅਬੁਲ ਫਜ਼ਲ, ਮੌਲਾਨਾ ਹੁਸੈਨ ਫੈਜ਼ੀ, ਇਹ ਤਿੰਨੋਂ ਜਿਹੜੇ ਰਾਈਟਰ ਹੋਏ ਇਹ ਮੁਗਲ ਕਾਲ ਨਾਲ ਸੰਬੰਧਿਤ ਰਾਈਟਰ ਨੇ, ਠੀਕ ਹੈ। ਅਬੁਲ ਫਜ਼ਲ ਦਾ ਤਾਂ ਪਤਾ ਹੀ ਹੈ ਤੁਹਾਨੂੰ, ਇਹ ਅਕਬਰ ਦੇ ਟਾਈਮ ਦੇ ਵਿੱਚ ਹੋਇਆ ਸੀ। ਅਕਬਰ ਦੇ 9 ਰਤਨਾਂ ਦੇ ਵਿੱਚ ਇਸ ਦੀ ਗਿਣਤੀ ਕੀਤੀ ਜਾਂਦੀ ਹੈ, ਅਤੇ ਇਸ ਨੇ ਬਾਬਰ ਦੀ ਜਿਹੜੀ ਆਤਮ ਕਥਾ ਸੀ ਤੁਝ ਕੇ ਬਾਬਰੀ, ਉਹਦਾ ਅਨੁਵਾਦ ਵੀ ਕੀਤਾ ਸੀ। ਅੱਗੇ ਦੇਖੋ ਕਲਹਣ, ਕਲਹਣ ਨੇ ਰਾਜ ਤਰੰਗਣੀ ਨਾਮਕ ਪੁਸਤਕ ਦੀ ਰਚਨਾ ਕੀਤੀ ਸੀ, ਜਿਹਦੇ ਵਿੱਚੋਂ ਆਪਾਂ ਨੂੰ ਸ਼੍ਰੀਨਗਰ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਸੀ। ਜੰਮੂ ਕਸ਼ਮੀਰ, ਠੀਕ ਹੈ, ਜੰਮੂ ਕਸ਼ਮੀਰ ਦੇ ਬਾਰੇ ਵਿੱਚ ਆਪਾਂ ਨੂੰ ਜਾਣਕਾਰੀ ਮਿਲਦੀ ਸੀ ਕਲਹਣ ਦੀ ਪੁਸਤਕ ਰਾਜ ਤਰੰਗਣੀ ਤੋਂ। ਨੈਕਸਟ ਰਚਨਾ ਆ ਗਈ ਆਪਣੇ ਕੋਲੇ ਚਚਨਾਮਾ, ਚਚਨਾਮਾ ਜਿਸ ਦਾ ਰਾਈਟਰ ਹੋਇਆ ਅਲੀ ਅਹਿਮਦ। ਉਸ ਤੋਂ ਬਾਅਦ ਆ ਗਈ ਅਸ਼ਟਾਧਿਆਏ, ਅਸ਼ਟਾਧਿਆਏ ਨਾਮਕ ਪੁਸਤਕ ਜੋ ਲਿਖੀ ਸੀ ਇਹ ਪਾਣਿਨੀ ਨੇ ਲਿਖੀ ਸੀ। ਉੱਪਰ ਆਪਾਂ ਨੇ ਪੜ੍ਹਿਆ ਸੀ ਕਿ ਪਤੰਜਲੀ ਨੇ ਮਹਾਭਾਸ਼ਯ ਨਾਮਕ ਪੁਸਤਕ ਲਿਖੀ। ਇਹ ਜਿਹੜੀ ਮਹਾਭਾਸ਼ਯ ਨਾਮਕ ਪੁਸਤਕ ਸੀ ਇਹ ਟੀਕਾ ਰਚਨਾ ਸੀ ਇੱਕ, ਜਿਹੜੀ ਕਿ ਪਾਣਿਨੀ ਦੀ ਅਸ਼ਟ ਅਧਿਆਏ ਦੇ ਉੱਪਰ ਲਿਖੀ ਗਈ ਇੱਕ ਟੀਕਾ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਈ ਗਾਰਗੀ ਸੰਹਿਤਾ, ਜਿਹੜੀ ਕਿ ਇੱਕ ਗਾਰਗੀ ਨਾਮਕ ਵਿਦੂਸ਼ੀ ਨੇ ਲਿਖੀ ਸੀ। ਇਹ ਵਿਦੂਸ਼ੀ ਵੀ ਜਿਹੜੀ ਸੀ ਇਹ ਸ਼ੁੰਗ ਵੰਸ਼ ਦੇ ਟਾਈਮ ਨਾਲ ਸੰਬੰਧਿਤ ਹੈ। ਉਸ ਤੋਂ ਬਾਅਦ ਰਾਈਟਰ ਹੈ ਪਹਿਲਾ ਚੀਨੀ ਯਾਤਰੀ, ਜਿਹਨੂੰ ਹਿਊਨ-ਸਾਂਗ ਕਿਹਾ ਜਾਂਦਾ ਹੈ, ਠੀਕ ਹੈ। ਹਿਊਨ-ਸਾਂਗ ਇਸ ਨੇ ਸੀਯੂਕੀ ਲਿਖੀ ਸੀ, ਸੀਯੂਕੀ। ਬਦਰਾਇਣ, ਬਦਰਾਇਣ ਨੇ ਵੇਦ ਸੂਤਰ ਜਾਂ ਫਿਰ ਬ੍ਰਹਮ ਸੂਤਰ ਨਾਮਕ ਇੱਕ ਪੁਸਤਕ ਲਿਖੀ ਸੀ। ਬਦਰਾਯੂ ਤੋਂ ਬਾਅਦ ਹੈ ਆਪਣੇ ਕੋਲ ਬੱਦਰਬਾਹੂ। ਦੇਖੋ ਨਾਮ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਉਹ ਬਦਰਾਇਣ ਹੈ, ਇਹ ਬੱਦਰਬਾਹੂ ਹੈ। ਬੱਦਰਬਾਹੂ ਨੇ ਕੀ ਲਿਖੀ ਸੀ ਕਲਪ ਸੂਤਰ, ਜਿਹੜੀ ਕਿ ਜਿਹਦੇ ਵਿੱਚ ਦੱਸਿਆ ਗਿਆ ਸੀ ਜੈਨ ਧਰਮ ਦੇ ਤੀਰਥੰਕਾਰਾਂ ਦੇ ਜੀਵਨ ਬਾਰੇ, ਠੀਕ ਹੈ ਜੀ। ਕਲਪ ਸੂਤਰ ਕੀ ਦੱਸਦੀ ਹੈ, ਇਹ ਦੱਸਦੀ ਹੈ ਜੈਨ ਧਰਮ ਦੇ ਜਿਹੜੇ ਤੀਰਥੰਕਾਰ ਹੋਏ ਹਨ ਉਹਨਾਂ ਦੇ ਜੀਵਨ ਚਰਿੱਤਰ ਬਾਰੇ ਜਾਣਕਾਰੀ ਦਿੰਦੀ ਹੈ ਆਪਾਂ ਨੂੰ ਕਲਪ ਸੂਤਰ, ਅਤੇ ਲਿਖੀ ਇਹ ਹੈ ਬੱਦਰਬਾਹੂ ਨੇ, ਠੀਕ ਹੈ ਜੀ। ਬਦਰਾਇਣ ਅਤੇ ਬੱਦਰਬਾਹੂ ਇਹ ਦੋ ਅਲੱਗ-ਅਲੱਗ ਵਿਅਕਤੀ ਨੇ। ਅੱਗੇ ਆ ਗਿਆ ਆਪਣੇ ਕੋਲੇ ਤਾਰਾਨਾਥ, ਤਾਰਾਨਾਥ ਨੇ ਕੰਗਨੂਰ ਅਤੇ ਤਗਨੂਰ, ਠੀਕ ਹੈ ਜੀ। ਇਹ ਦੋ ਪੁਸਤਕਾਂ ਲਿਖੀਆਂ ਦੀ, ਕੰਗਨੂਰ ਐਂਡ ਤਗਨੂਰ ਨਾਮਕ ਪੁਸਤਕ। ਅੱਗੇ ਆ ਗਿਆ ਆਪਣੇ ਕੋਲੇ ਆਰਿਆ ਭੱਟ, ਆਰਿਆ ਭੱਟ ਨੇ ਦੁਨੀਆ ਨੂੰ ਜ਼ੀਰੋ ਦਿੱਤੀ ਸੀ, ਠੀਕ ਹੈ। ਕਹਿੰਦੇ ਦੁਨੀਆ ਨੂੰ ਜਿਹੜੀਆਂ ਅੱਧੀਆਂ ਤੋਂ ਵੱਧ ਖੋਜਾਂ ਹੋਈਆਂ ਨੇ ਉਹ ਸਿਰਫ ਇਸੇ ਕਰਕੇ ਹੋਈਆਂ ਨੇ ਕਿਉਂਕਿ ਉਹ ਜ਼ੀਰੋ ਦਾ ਗਿਆਨ ਹੋਇਆ। ਜੇਕਰ ਕਹਿੰਦੇ ਜ਼ੀਰੋ ਨਾ ਹੁੰਦੀ ਤਾਂ ਦੁਨੀਆ ਦੀਆਂ ਬਹੁਤ ਸਾਰੀਆਂ ਖੋਜਾਂ ਐਸੀਆਂ ਸੀ ਜਿਹੜੀਆਂ ਨਾ ਹੁੰਦੀਆਂ, ਠੀਕ ਹੈ। ਤਾਂ ਦੇਖੋ ਆਰਿਆ ਭੱਟ ਨੇ ਹੁਣ ਕੀ ਕੀ ਦਿੱਤਾ। ਆਰਿਆ ਭੱਟ ਨੇ ਸੂਰਯ ਸਿਧਾਂਤ ਨਾਮਕ ਪੁਸਤਕ ਲਿਖੀ, ਠੀਕ ਹੈ ਜੀ, ਸੂਰਯ ਸਿਧਾਂਤ। ਅਤੇ ਦੂਸਰੀ ਪੁਸਤਕ ਲਿਖੀ ਇਸਨੇ ਆਰਿਆ ਭੱਟਮ,
ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ 12 ਮਿਹਰ। 12 ਮਿਹਰ ਨੇ ਲਘੂ ਜਾਤਕ, ਬ੍ਰਹਿਤ ਸੰਹਿਤਾ ਅਤੇ ਪੰਜ ਸਿਧਾਂਤ ਬ੍ਰਹਜਾਗ ਨਾਮਕ 3 ਪੁਸਤਕਾਂ ਜਿਹੜੀਆਂ ਸੀ ਮਹੱਤਵਪੂਰਨ ਸਨ ਇਸ ਦੀਆਂ ਉਹ ਲਿਖੀਆਂ। ਪਲਕਾਵਨ ਨਾਮਕ ਦਾ ਜਿਹੜਾ ਬੰਦਾ ਸੀ ਇਹ ਇੱਕ ਵੈਦ ਸੀਗਾ, ਪਸ਼ੂ ਚਿਕਿਤਸਾ ਨਾਲ ਸੰਬੰਧਿਤ ਪੁਸਤਕ ਲਿਖੀ ਸੀ ਇਹਨੇ, ਹਸਤ ਆਯੁਰਵੈਦ, ਠੀਕ ਹੈ ਜੀ, ਜਿਸ ਦੇ ਵਿੱਚ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਇਲਾਜ ਬਾਰੇ ਇਹਨੇ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਆ ਗਿਆ ਸ਼ੁਦਰਕ ਨੇ ਮਿੱਟੀ ਦੀ ਖਿਲੌਣਾ ਗਾੜੀ ਨਾਮਕ ਨਾਟਕ ਦੀ ਰਚਨਾ ਕੀਤੀ ਸੀ, ਠੀਕ ਹੈ। ਇਹ ਕੋਈ ਦੱਖਣ ਦਾ ਨਾਟਕ ਆ ਗਿਆ, ਠੀਕ ਹੈ। ਇਹ ਹਿੰਦੀ ਦੇ ਵਿੱਚ ਇਹਦਾ ਨਾਮ ਹੁੰਦਾ ਮਿੱਟੀ ਦੀ ਖਿਲੌਣਾ ਗਾੜੀ, ਅਤੇ ਇਹਦਾ ਅਸਲ ਨਾਮ ਜਿਹੜਾ ਹੈਗਾ ਮੱਛਲੀ ਕੱਟੀਕਮ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਹਰਸ਼ਵਰਧਨ ਨੇ 3 ਨਾਟਕਾਂ ਦੀ ਰਚਨਾ ਕੀਤੀ ਸੀ, ਜਿਹਦੇ ਵਿੱਚੋਂ ਆ ਗਿਆ ਨਾਗਨੰਦ, ਪ੍ਰਿਯਦਰਸ਼ਿਕਾ ਅਤੇ ਰਤਨਾਵਲੀ। ਅਤੇ ਇਹ ਵੀ ਗੱਲ ਕਈ ਵਾਰੀ ਇਤਿਹਾਸਕਾਰਾਂ ਵੱਲੋਂ ਕਹੀ ਜਾਂਦੀ ਹੈ ਕਿ ਇਸ ਨੇ ਇਹ 3 ਨਾਟਕ ਕਿਸੇ ਰਾਜ ਕਵੀ ਨੂੰ, ਆਪਦੇ ਕਿਸੇ ਕਵੀ ਤੋਂ, ਠੀਕ ਹੈ, ਜਿਸ ਦਾ ਨਾਮ ਧਾਵਕ ਸੀ, ਉਸ ਨੂੰ ਪੈਸੇ ਦੇ ਕੇ ਉਸ ਤੋਂ ਆਪਣੇ ਨਾਮ ਦੇ ਅੰਡਰ ਇਹ ਰਚਨਾਵਾਂ ਕਰਵਾਈਆਂ ਸੀਗੀਆਂ, ਠੀਕ ਹੈ ਜੀ। ਵੀ ਇਹ ਖੁਦ ਤਾਂ ਇਹ ਜੰਗਾਂ ਦੇ ਵਿੱਚ ਵਜ਼ੀਰਾਂ ਦਾ ਦੀ ਆਪਦੇ ਰਾਜ ਪ੍ਰਬੰਧ ਦੇ ਵਿੱਚ ਇਹਦੇ ਕੋਲੇ ਕਹਿੰਦੇ ਇੰਨਾ ਟਾਈਮ ਹੈਗਾ ਨਹੀਂ ਸੀ ਵੀ ਇਹ ਆਪਦੇ ਖੁਦ ਦੇ 3 ਨਾਟਕ ਲਿਖ ਵੀ ਸਕਦਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਅੱਗੇ ਆ ਗਿਆ ਬਾਣ ਭੱਟ ਨੇ ਹਰਸ਼ ਚਰਿੱਤਰ ਨਾਮਕ, ਠੀਕ ਆ, ਗ੍ਰੰਥ ਦੀ ਜਾਂ ਪੁਸਤਕ ਦੀ ਨਾਟਕ ਦੀ ਰਚਨਾ ਕੀਤੀ ਸੀ, ਜਿਸ ਦੇ ਵਿੱਚ ਹਰਸ਼ਵਰਧਨ ਦੇ ਚਰਿੱਤਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹਦੇ ਨਾਲ ਹੀ ਇਸ ਨੇ ਲਿਖਿਆ ਸੀ ਕਾਦੰਬਰੀ, ਠੀਕ ਹੈ। ਇਹ ਦੋਨੋਂ ਜਿਹੜੇ ਨਾਟਕ ਸੀਗੇ ਇਹ ਸੀਗੇ ਬਾਣ ਭੱਟ ਦੇ, ਹਰਸ਼ ਚਰਿੱਤਰ ਅਤੇ ਕਾਦੰਬਰੀ। ਹੁਣ ਦੇਖੋ ਨੈਕਸਟ ਹੈ ਆਪਣੇ ਕੋਲ ਜ਼ਿਆਉਦੀਨ ਬਰਨੀ ਨੇ ਤਾਰੀਖ ਫਿਰੋਜ਼ ਸ਼ਾਹੀ ਲਿਖੀ ਸੀ, ਠੀਕ ਹੈ। ਤਾਰੀਖ ਫਿਰੋਜ਼ ਸ਼ਾਹੀ ਕਿਹਦੀ ਰਚਨਾ ਹੈ? ਇਹ ਹੈ ਜ਼ਿਆਉਦੀਨ ਬਰਨੀ ਦੀ। ਉਸ ਤੋਂ ਬਾਅਦ ਅਮੀਰ ਖੁਸਰੋ ਦੇ ਕਹਿੰਦੇ 7 ਰਾਜਿਆਂ ਦਾ ਸ਼ਾਸਨ ਕਾਲ ਦੇਖਿਆ ਸੀ, ਠੀਕ ਹੈ, ਜਿਸ ਦੇ ਵਿੱਚ ਇਸ ਨੇ ਲਗਭਗ ਕਹਿੰਦੇ 100 ਤੋਂ ਉੱਪਰ ਗ੍ਰੰਥਾਂ ਦੀ ਜਾਂ ਫਿਰ ਨਾਟਕਾਂ, ਪਹੇਲੀਆਂ ਵਗੈਰਾ ਦੀ ਰਚਨਾ ਕੀਤੀ, ਜਿਹਦੇ ਵਿੱਚੋਂ ਮੌਕੇ ਦੇ ਉੱਤੇ ਕਹਿੰਦੇ 20-25 ਹੀ ਮਿਲਦੇ ਹਨ, ਠੀਕ ਹੈ। ਤਾਂ ਅਮੀਰ ਖੁਸਰੋ ਦਾ ਜਿਹੜਾ ਹੈ ਤੋਤੀਏ ਹਿੰਦ ਵੀ ਕਿਹਾ ਜਾਂਦਾ ਹੈ, ਠੀਕ ਹੈ, ਹਿੰਦੁਸਤਾਨ ਦਾ ਤੋਤਾ। ਇਸ ਦਾ ਜਿਹੜਾ ਟਾਈਮ ਹੋਇਆ ਉਹ ਹੋਇਆਗਾ 1255 ਈਸਵੀ ਤੋਂ ਲੈ ਕੇ 1324 ਈਸਵੀ ਤੱਕ। ਏਡੇ ਵੱਡੇ ਰਾਜ ਟਾਈਮ ਪੀਰੀਅਡ ਦੇ ਦੌਰਾਨ ਇਸ ਨੇ 7 ਰਾਜਿਆਂ ਦਾ ਸ਼ਾਸਨ ਕਾਲ ਦੇਖਿਆ। ਤਾਂ ਇਹਦੀ ਜਿਹੜੀ ਆਮ ਤੌਰ 'ਤੇ ਇਤਿਹਾਸ ਨਾਲ ਸੰਬੰਧਿਤ ਪੁਸਤਕ ਮਿਲਦੀ ਹੈ ਉਹ ਹੈ ਤੁਗਲਕਨਾਮਾ, ਜਿਸ ਦੇ ਵਿੱਚ ਤੁਗਲਕ ਵੰਸ਼ ਬਾਰੇ ਜਾਣਕਾਰੀ ਮਿਲਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਫਖਰੂਦੀਨ। ਤਾਰੀਖ ਮੁਬਾਰਕ ਸ਼ਾਹੀ ਨਾਮਕ ਪੁਸਤਕ ਲਿਖੀ ਸੀ ਫਖਰੂਦੀਨ ਨੇ। ਉਸ ਤੋਂ ਬਾਅਦ ਹੈ ਬਿਲਹਣ ਨੇ ਲਿਖੀ ਸੀ ਵਿਕਰਮਾਂਕ ਦੇਵ ਚਰਿੱਤਰ, ਠੀਕ ਹੈ ਜੀ, ਵਿਕਰਮਾਂਕ ਦੇਵ ਚਰਿੱਤਰ। ਨੈਕਸਟ ਹੈ ਆਪਣੇ ਕੋਲ ਚੰਦਰਬਰਦਾਈ ਨੇ ਜਿਹੜੀ ਰਚਨਾ ਲਿਖੀ ਸੀ ਉਹ ਰਚਨਾ ਸੀ ਪ੍ਰਿਥਵੀ ਰਾਜ ਰਾਸੋ, ਠੀਕ ਹੈ। ਇਹ ਰਚਨਾ ਜਿਹੜੀ ਸੀ ਸਟਾਰਟ ਕੀਤੀ ਸੀਗੀ ਚੰਦਰਬਰਦਾਈ ਨੇ, ਬਟ ਇਹਨੂੰ ਪੂਰਾ ਕੀਤਾ ਸੀ ਉਸ ਦੇ ਮੁੰਡੇ ਨੇ, ਠੀਕ ਹੈ ਜੀ, ਜਿਹਦਾ ਨਾਮ ਸੀ ਜਲਹਨ, ਠੀਕ ਹੈ ਜੀ, ਜਲਹਨ। ਪ੍ਰਿਥਵੀ ਰਾਜ ਚੌਹਾਨ ਅਤੇ ਚੰਦਰਬਰਦਾਈ ਇਹ ਦੋਨੋਂ ਇਹ ਮੰਨਿਆ ਜਾਂਦਾ ਕਿ ਇੱਕੋ ਹੀ ਦਿਨ ਇਹਨਾਂ ਦੋਨਾਂ ਦਾ ਜਨਮ ਹੋਇਆ ਸੀ ਅਤੇ ਇੱਕੋ ਹੀ ਦਿਨ ਇਹਨਾਂ ਦੀ ਮ੍ਰਿਤੂ ਹੋਈ ਸੀ। ਨੈਕਸਟ ਹੈ ਆਪਣੇ ਕੋਲੇ ਹਾਲ ਨੇ ਗਾਥਾ ਸਤਸਾਈ ਲਿਖੀ ਸੀ, ਠੀਕ ਹੈ। ਹਾਲ ਕਿਸੇ ਦੇਸ਼ ਦਾ, ਹਿੰਦੁਸਤਾਨ ਦੇ ਕਿਸੇ ਪ੍ਰਾਂਤ ਦਾ ਵੀ ਇੱਕ ਰਾਜਾ ਸੀਗਾ ਜਿਸ ਨੇ ਗਾਥਾ ਸਤਸਾਈ ਲਿਖੀ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਮਹਾਰਿਸ਼ੀ ਵਾਲਮੀਕੀ ਨੇ ਰਾਮਾਇਣ ਦੀ ਰਚਨਾ ਕੀਤੀ। ਉਸ ਤੋਂ ਬਾਅਦ ਆ ਗਿਆ ਮਹਾਰਿਸ਼ੀ ਵੇਦ ਵਿਆਸ, ਇਹਨਾਂ ਨੇ ਮਹਾਭਾਰਤ ਦੀ ਰਚਨਾ ਕੀਤੀ। ਕਾਲੀਦਾਸ, ਠੀਕ ਹੈ, ਪਿੱਛੇ ਆਪਾਂ ਕਾਲੀਦਾਸ ਦੀਆਂ ਰਚਨਾ ਪੜ੍ਹ ਕੇ ਹਟੇ ਹਾਂ, ਜਿਨ੍ਹਾਂ ਦੇ ਵਿੱਚੋਂ ਇੱਕ ਰਚਨਾ ਹੋਰ ਹੈ ਜਿਸ ਦਾ ਨਾਮ ਹੈ ਰੀਤੂ ਸੰਹਾਰ, ਠੀਕ ਹੈ। ਰੀਤੂ ਸੰਹਾਰ ਨਾਮਕ ਰਚਨਾ ਜਿਹੜੀ ਕੀਤੀ ਸੀ ਇਹ ਵੀ ਕਾਲੀਦਾਸ ਨੇ ਕੀਤੀ ਸੀ। ਜੈਦੇਵ ਦੀ ਜਿਹੜੀ ਪ੍ਰਸਿੱਧ ਰਚਨਾ ਹੈ ਉਹ ਹੈ ਗੀਤ ਗੋਬਿੰਦ। ਬਾਬਰ ਨੇ ਭਾਰਤ ਦੇ ਵਿੱਚ ਮੁਗਲ ਕਾਲ ਦੀ ਸਥਾਪਨਾ ਕੀਤੀ, ਮੁਗਲ ਵੰਸ਼ ਦੀ ਸਥਾਪਨਾ ਕੀਤੀ। ਇਸ ਦੀ ਜਿਹੜੀ ਪੁਸਤਕ ਸੀ ਉਹ ਸੀ ਤੁਝ ਕੇ ਬਾਬਰੀ। ਇਹ ਬਾਬਰ ਦੀ ਆਤਮ ਕਥਾ ਹੈ, ਠੀਕ ਹੈ, ਜਿਸ ਦਾ ਬਾਅਦ ਦੇ ਵਿੱਚ ਅਨੁਵਾਦ ਕੀਤਾ ਸੀਗਾ ਅਬੁਲ ਫਜ਼ਲ ਨੇ। ਅਬੁਲ ਫਜ਼ਲ ਜੋ ਹੋਇਆ ਉਹ ਅਕਬਰ ਦੇ 9 ਰਤਨਾਂ ਦੇ ਵਿੱਚੋਂ ਇੱਕ ਹੋਇਆ। ਹੁਣ ਦੇਖੋ ਅਬੁਲ ਫਜ਼ਲ ਨੇ ਆਇਨ ਅਕਬਰੀ ਦੀ ਰਚਨਾ ਕੀਤੀ, ਅਕਬਰਨਾਮਾ ਲਿਖਿਆ ਅਤੇ ਰਜਮਨਾਮਾ ਨਾਮਕ ਪੁਸਤਕ ਵੀ ਲਿਖੀ। ਇਹ ਜਿਹੜਾ ਰਜਮਨਾਮਾ ਹੈ ਇਹ ਮਹਾਭਾਰਤ ਦਾ ਫਾਰਸੀ ਭਾਸ਼ਾ ਦੇ ਵਿੱਚ ਅਨੁਵਾਦ ਹੈ। ਅੱਗੇ ਦੇਖੋ
ਇਬਨ ਬਤੂਤਾ ਨੇ ਕਿਤਾਬ ਉਲ ਰਿਹਾਲ, ਠੀਕ ਆ, ਰਿਹਾਲ ਜਾਂ ਫਿਰ ਰਹੇਲਾ, ਠੀਕ ਆ, ਇਹ ਲਿਖੀ। ਇਬਨ ਬਤੂਤਾ ਨੇ ਕਿਤਾਬ ਉਲ ਰਿਹਾਲ ਜਾਂ ਫਿਰ ਇਸ ਨੂੰ ਕਿਤਾਬ ਉਲ ਰਹੇਲਾ ਵੀ ਕਿਹਾ ਜਾਂਦਾ ਹੈ। ਗੁਲਬਦਨ ਬੇਗਮ ਨੇ ਹਮਾਯੂਨਾਮਾ ਲਿਖਿਆ। ਇਹ ਗੁਲਬਦਨ ਬੇਗਮ ਜੋ ਸੀ ਇਹ ਬਾਬਰ ਦੀ ਬੇਟੀ ਸੀ, ਠੀਕ ਹੈ, ਬਾਬਰ ਦੀ ਕੁੜੀ ਸੀ ਇਹ ਗੁਲਬਦਨ ਬੇਗਮ, ਜਿਹਨੇ ਕਿ ਹਮਾਯੂਨਾਮਾ ਲਿਖਿਆ ਸੀ। ਹਮਾਯੂਨਾਮਾ ਦੇ ਵਿੱਚ ਹਮਾਯੂ ਦੀ ਜੀਵਨੀ ਲਿਖੀ। ਅਲ ਬਰੂਨੀ ਨੇ ਕਿਤਾਬ ਉਲ ਹਿੰਦ, ਠੀਕ ਹੈ, ਇਹ ਲਿਖੀ ਸੀ। ਇਹਨੂੰ ਤਹਿਕੀਕ ਹਿੰਦ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਜਹਾਂਗੀਰ, ਮੁਗਲ ਬਾਦਸ਼ਾਹ ਜਹਾਂਗੀਰ, ਜਿਸ ਨੇ ਤੁਝ ਕੇ ਜਹਾਂਗੀਰੀ ਲਿਖੀ, ਠੀਕ ਹੈ। ਇਹ ਰਚਨਾ ਜਿਹੜੀ ਲਿਖੀ ਸੀ ਤੁਝ ਕੇ ਜਹਾਂਗੀਰੀ, ਇਹ ਜਹਾਂਗੀਰ ਦੀ ਰਚਨਾ ਹੈ, ਪਰ ਇਹਨੂੰ ਪੂਰਾ ਕੀਤਾ ਸੀਗਾ ਮੌਤਬਿੰਦ ਖਾਨ ਨੇ। ਦੋਸਤੋ, ਇਹ ਸਨ ਕੁਝ ਪ੍ਰਸਿੱਧ ਲੇਖਕ ਅਤੇ ਉਹਨਾਂ ਦੀਆਂ ਲਿਖੀਆਂ ਰਚਨਾਵਾਂ, ਠੀਕ ਹੈ ਜੀ। ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਤੁਹਾਡੇ ਵਾਸਤੇ ਲਾਹੇਵੰਦ ਹੋਈ, ਤੁਹਾਨੂੰ ਚੰਗੀ ਲੱਗੀ, ਤਾਂ ਕਿਰਪਾ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਠੀਕ ਹੈ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ।